ਸਤਿ ਸ੍ਰੀ ਅਕਾਲ। ਨਿਊਜ਼ 18 पंजाब हरियाणा हिमाचल ਤੁਸੀਂ देख रहे हो। गौरव शुक्ला मैं हाँ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਬੇਸ਼ਰਮੀ ਦੀ ਕਰਨੀ ਹੈ। ਬੋਰਡ ਦੇ ਉੱਤੇ ਲਿਖ ਕੇ ਦਿਖਾਈ ਗਈ ਬੇਸ਼ਰਮੀ ਦੀ। ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਜਿਸ ਸ਼ਖਸ ਦੇ ਵੱਲੋਂ ਇੱਕ ਕੋਝੀ ਹਰਕਤ ਕੀਤੀ ਗਈ ਉਹ ਪੰਜਾਬ ਦਾ ਹਿਤੈਸ਼ੀ ਨਹੀਂ ਹੋ ਸਕਦਾ। ਜੇ ਉਹ ਸ਼ਖਸ ਇਸ ਸਮੇਂ ਪ੍ਰਾਈਮ ਟਾਈਮ ਦੇਖ ਰਿਹਾ ਹੈ ਤਾਂ ਉਸ ਦੇ ਮੂੰਹ ਦੇ ਉੱਤੇ ਅਸੀਂ ਕਹਿ ਰਹੇ ਹਾਂ ਕਿ ਉਹ ਪੰਜਾਬ ਦੇ ਸਭ ਤੋਂ ਬੇਸ਼ਰਮ ਬੰਦਿਆਂ ਦੇ ਵਿੱਚੋਂ ਇੱਕ ਹੈ। ਤੇ ਉਸ ਨੂੰ ਇੱਕ ਸਵਾਲ ਵੀ ਹੈ ਕਿ ਭੈਣਾਂ ਦੇ ਵਿੱਚ ਫਰਕ ਕੀ ਹੁੰਦਾ ਹੈ? ਮੇਰੀ ਭੈਣ, ਤੇਰੀ ਭੈਣ ਜਾਂ ਸੀਐਮ ਦੀ ਭੈਣ? ਕੋਈ ਫਰਕ ਹੈ? ਜੇ ਨਹੀਂ ਤਾਂ ਫਿਰ ਉਸ ਕਾਰੇ ਦੇ ਲਈ ਜਨਤਕ ਤੌਰ ਦੇ ਉੱਤੇ ਆ ਕੇ ਮੁਆਫੀ ਮੰਗ। ਤੂੰ ਪੰਜਾਬ ਨੂੰ ਬਦਨਾਮ ਕੀਤਾ ਹੈ, ਇੱਕ ਗਾਲ ਲਿਖ ਕੇ ਪੰਜਾਬੀਆਂ ਨੂੰ ਬਦਨਾਮ ਕੀਤਾ ਹੈ। ਅੱਜ ਸੁਨੇਹਾ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਕਿਸੇ ਨੂੰ ਗਾਲ ਕੱਢ ਕੇ ਪੰਜਾਬ ਦਾ ਭਲਾ ਹੋ ਸਕਦਾ। ਹਾਂ, ਇਹਨਾਂ ਦੇ ਲਈ ਤਾਂ ਗਾਲ ਕੱਢਣੀ ਬਿਲਕੁਲ ਲਾਜ਼ਮੀ ਸੀ, ਖਾਸ ਤੌਰ ਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਗਾਲਾਂ ਕੱਢਦੇ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀਆਂ ਮਹਿਲਾਵਾਂ, ਸਾਡੇ ਪਰਿਵਾਰਕ ਮੈਂਬਰ, ਸਾਡੇ ਬਜ਼ੁਰਗ ਸੋਸ਼ਲ ਮੀਡੀਆ ਵੀ ਦੇਖਦੇ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ, ਇਹ ਗਾਲਾਂ ਕੱਢਣਗੇ। ਜਿਸ ਸ਼ਖਸ ਦੇ ਵੱਲੋਂ ਹਾਈਵੇ ਦੇ ਉੱਤੇ ਗਾਲ ਲਿਖੀ ਗਈ ਉਸ ਨੂੰ ਇੱਕ ਸਵਾਲ ਵੀ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਹਾਈਵੇ ਤੋਂ, ਉਸੇ ਹਾਈਵੇ ਤੋਂ ਲੰਘਿਆ ਹੈ ਜਾਂ ਲੰਘ ਸਕਦਾ ਹੈ। ਤੇ ਉਸ ਸ਼ਖਸ ਨੂੰ ਸਵਾਲ ਇਹ ਵੀ ਹੈ ਕਿ ਇਸ ਬੋਰਡ ਨੂੰ ਉੱਚੀ ਆਵਾਜ਼ ਦੇ ਵਿੱਚ ਆਪਣੇ ਪਰਿਵਾਰ ਦੇ ਸਾਹਮਣੇ ਪੜ੍ਹ ਸਕਦਾ ਹੈ। ਜੇਕਰ ਨਹੀਂ ਤਾਂ ਜਨਤਕ ਤੌਰ ਤੇ ਆ ਕੇ ਪੰਜਾਬ ਦਾ ਨਾਮ ਖਰਾਬ ਕਰਨ ਦੇ ਲਈ ਮੁਆਫੀ ਮੰਗੇ। ਗੱਲ ਸਿਆਸਤ ਦੀ ਵੀ ਅੱਜ ਕਰਾਂਗੇ, ਕਿਉਂਕਿ ਹਰ ਵਾਰ ਦੀਆਂ ਚੋਣਾਂ ਦੇ ਵਿੱਚ ਹੱਦਾਂ ਪਾਰ ਹੁੰਦੀਆਂ ਨੇ, ਬਿਆਨਬਾਜ਼ੀਆਂ ਇਸ ਤਰੀਕੇ ਦੀਆਂ ਹੁੰਦੀਆਂ ਨੇ ਕਿ ਲੱਗਦਾ ਕਿ ਬਸ ਇਹ ਸਿਆਸਤ ਦਾ ਬਿਲਕੁਲ ਐਂਡ ਵਾਲਾ ਹਿੱਸਾ ਆ ਗਿਆ, ਜਦੋਂ ਇਸ ਤੋਂ ਜ਼ਿਆਦਾ ਅਸੀਂ ਕੁਝ ਸਿਆਸਤ ਨਹੀਂ ਦੇਖ ਸਕਦੇ। ਤਾਂ ਕੀ ਇਸ ਵਾਰ ਦੀਆਂ ਚੋਣਾਂ 'ਚ ਸਾਨੂੰ ਅਸ਼ਲੀਲਤਾ ਦਾ ਦੌਰ ਵੀ ਦੇਖਣ ਨੂੰ ਮਿਲੇਗਾ, ਜਿੱਥੇ ਗਾਲਾਂ ਕੱਢੀਆਂ ਜਾਣਗੀਆਂ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ? ਕਿ ਇਹ ਵੀ ਪ੍ਰਚਾਰ ਦਾ ਕੋਈ ਤਰੀਕਾ ਹੋ ਸਕਦਾ ਹੈ ਜਾਂ ਵਿਰੋਧ ਦਾ ਵੀ ਇਸ ਤਰ੍ਹਾਂ ਦਾ ਕੋਈ ਤਰੀਕਾ ਹੋ ਸਕਦਾ ਹੈ? ਬਿਲਕੁਲ ਨਹੀਂ ਹੋ ਸਕਦਾ। ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਵੇਗੀ। ਸਿਆਸੀ ਪਾਰਟੀਆਂ ਦਾ ਸਟੈਂਡ ਕੀ ਹੈ, ਸਪਸ਼ਟ ਸ਼ਬਦਾਂ 'ਚ ਅੱਜ ਉਹਨਾਂ ਨੂੰ ਵੀ ਸਵਾਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਹਾਈਵੇ ਤੇ ਹੋਈ ਬੇਸ਼ਰਮੀ ਦੀ ਹੱਦ ਪਾਰ ਦੀ ਅੱਜ ਪ੍ਰਾਈਮ ਟਾਈਮ 'ਚ ਗੱਲ ਹੋਏਗੀ। ਖੰਨਾ ਵਿੱਚ ਲੱਗੇ ਇਸ਼ਤਿਹਾਰ ਦੇ ਇਲੈਕਟ੍ਰੋਨਿਕ ਬੋਰਡ ਦੇ ਵਿੱਚ ਕਿਸੇ ਨੇ ਸ਼ਰਾਰਤ ਕਰ ਦਿੱਤੀ ਅਤੇ ਇਸ ਤੇ ਕੁਝ ਸਲੋਗਨ ਲਿਖੇ ਗਏ ਤੇ ਨਾਲ ਹੀ ਅਪਸ਼ਬਦ ਵੀ ਵਰਤੇ ਗਏ। ਸਲੋਗਨ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਸਨ, ਪਰ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਅਪਸ਼ਬਦ ਲਿਖੇ ਹੋਏ ਸਨ। ਜਦੋਂ ਇਸ ਤੇ ਧਿਆਨ ਗਿਆ ਤਾਂ ਪ੍ਰਸ਼ਾਸਨ ਦੇ ਵਿੱਚ ਹਫੜਾ ਦਫੜੀ ਮਚ ਗਈ। ਜਲਦੀ ਨਾਲ ਪੁਲਿਸ ਪਹੁੰਚੀ ਅਤੇ ਬੋਰਡ ਦੀ ਬਿਜਲੀ ਸਪਲਾਈ ਕੱਟ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਜੇਕਰ ਗੱਲ ਕੀਤੀ ਜਾਵੇ ਪੁਲਿਸ ਅਧਿਕਾਰੀ ਦੀ, ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ, ਪਰ ਇਸ ਮਾਮਲੇ ਦੇ ਵਿੱਚ ਕੁਝ ਵੀ ਹਜੇ ਕਹਿਣ ਤੋਂ ਇਨਕਾਰ ਕਰ ਦਿੱਤੀ ਹੈ। ਤੁਸੀਂ ਇਹ ਦੇਖ ਰਹੇ ਹੋ ਵੀ ਇਹ ਜਿਹੜਾ ਹਾਈਵੇ ਹੈ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਹੈ, ਔਰ ਇੱਥੋਂ ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਹੈ ਨਿਕਲਦੇ ਆ। ਇਹ LED ਬੋਰਡ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਡਿਵਾਈਡਰ ਦੇ ਵਿਚਾਲੇ ਲੱਗਿਆ ਹੋਇਆ ਹੈ, ਪਰ ਇਸ ਤੇ ਇਹ ਸਲੋਗਨ ਕਿਵੇਂ ਆਏ, ਇਸ ਬਾਰੇ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ। ਮਾਨਯੋਗ ਸੀਐਮ ਸਾਹਿਬ ਦੇ ਬਾਰੇ ਇਸ ਤਰ੍ਹਾਂ ਦੇ ਸ਼ਬਦ ਲਿਖਣੇ ਇਹ ਬਹੁਤ ਹੀ ਮਾੜੀ ਗੱਲ ਹੈ। ਇਹਦੀ ਜਿੰਨੇ ਵੀ ਪੁਰਜੋਰ ਸ਼ਬਦਾਂ 'ਚ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ। ਔਰ ਇਹ ਲੋਕ ਜਿਹੜੇ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ, ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ, ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ, ਔਰ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਜਿਹੜੀਆਂ ਆਪ ਹੁਦਰੀਆਂ ਗੱਲਾਂ ਨੇ ਨਹੀਂ ਹੋਣ ਦੇਵਾਂਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਬੋਰਡ ਦੇ ਨਾਲ ਛੇੜਛਾੜ ਕਰਨਾ ਆਸਾਨ ਨਹੀਂ ਹੁੰਦਾ, ਇਸ ਲਈ ਸਾਰੇ ਮਾਮਲੇ ਦੇ ਪਿੱਛੇ ਡੂੰਘੀ ਸਾਜ਼ਿਸ਼ ਵੀ ਹੋ ਸਕਦੀ ਹੈ। ਕੰਪਨੀ ਸੌਫਟਵੇਅਰ ਨਾਲ ਦਿੰਦੀ ਹੈ, ਸੌਫਟਵੇਅਰ ਦੇ ਵਿੱਚ ਤੁਸੀਂ ਆਪਣੀ ਐਡੀਟਿੰਗ ਕਰੋ, ਪੈਨ ਡਰਾਈਵ 'ਚ ਪਾ ਲਓ, ਪੈਨ ਡਰਾਈਵ ਉਹਦੇ ਵਿੱਚ ਲਗਾ ਦਿਓ, ਉਹਦੇ ਨਾਲ ਵੀ ਚੇਂਜ ਹੋ ਜਾਏਗਾ। ਦੂਸਰਾ ਆਪਸ਼ਨ ਹੈ ਕਿ ਵਾਈਫਾਈ, ਤੁਸੀਂ ਜੋ ਵੀ ਆਪਣਾ ਸੌਫਟਵੇਅਰ ਦੇ ਵਿੱਚ ਕਰੋਗੇ ਐਡ, ਉਹ ਤੁਸੀਂ ਵਾਈਫਾਈ ਦੇ ਥਰੂ ਉਹਦੇ ਵਿੱਚ ਐਡ ਕਰ ਦਿਓ। ਹਰ ਇੱਕ ਦਾ ਪਾਸਵਰਡ ਹੈ, ਵਾਈਫਾਈ ਦਾ ਜਿਸ ਤਰ੍ਹਾਂ ਪਾਸਵਰਡ ਹੁੰਦਾ ਉਸ ਤਰੀਕੇ ਦਾ ਵੀ ਪਾਸਵਰਡ ਹੈ। ਜਿਹੜੀ ਮੇਰੇ ਵਾਲੀ LED ਹੈ, ਮੇਰਾ ਇਹਦਾ ਪਾਸਵਰਡ ਰੱਖਿਆ ਹੋਇਆ, ਮੈਂ ਹੀ ਚੇਂਜ ਕਰ ਸਕਦਾ, ਮੈਂ ਹੀ ਪਾਸਵਰਡ। ਆਲੇ ਦੁਆਲੇ ਦੇ CCTV ਚੈੱਕ ਕਰਨ ਤੇ ਪਤਾ ਲੱਗਿਆ ਕਿ ਕਰੀਬ 2 ਦਿਨ ਪਹਿਲਾਂ ਇਸ ਸਲੋਗਨ ਤੇ ਅਪਸ਼ਬਦ ਬੋਰਡ ਤੇ ਲਿਖੇ ਗਏ ਸਨ, ਪਰ ਇਸ ਤੇ ਧਿਆਨ ਬਾਅਦ ਦੇ ਵਿੱਚ ਗਿਆ ਅਤੇ ਜਦੋਂ ਧਿਆਨ ਗਿਆ ਤਾਂ ਤੁਰੰਤ ਕਾਰਵਾਈ ਕਰਦਿਆਂ ਬੋਰਡ ਬੰਦ ਕਰ ਦਿੱਤਾ ਗਿਆ। ਫਿਲਹਾਲ ਇਹ ਕਿਸ ਨੇ ਕੀਤਾ ਹੈ, ਇਸ ਨੂੰ ਲੈ ਕੇ ਪੜਤਾਲ ਚੱਲ ਰਹੀ ਹੈ। ਖੰਨਾ ਤੋਂ ਗੁਰਦੀਪ ਸਿੰਘ, ਨਿਊਜ਼ 18।
ਤਾਂ ਗੱਲ ਕਰਾਂਗੇ ਹਾਈਵੇ ਦੇ ਉੱਤੇ ਹੋਏ ਘਟਨਾਕ੍ਰਮ ਦੀ। ਕਈ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਕਿ ਬਹੁਤ ਛੋਟੀ ਜਿਹੀ ਗੱਲ ਹੈ, ਇੱਕ ਹਾਈਵੇ ਦੇ ਉੱਤੇ ਕੁਝ ਲਿਖ ਦਿੱਤਾ ਗਿਆ, ਗਾਲ ਕੱਢੀ ਗਈ ਹੈ ਸਿੱਧਾ ਨਾਮ ਲੈ ਕੇ ਸੀਐਮ ਦਾ, ਤਾਂ ਕਿ ਕਈ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਹੋਵੇਗਾ ਠੀਕ ਹੈ ਕੀ ਹੋ ਗਿਆ। ਪਰ ਗੱਲ ਇਹ ਹੈ ਕਿ ਵਾਕਈ ਹੀ ਜਿਹੜੇ ਲੋਕ ਦਿੱਲੀ ਤੋਂ ਆ ਰਹੇ ਜਾਂ ਫਿਰ ਦਿੱਲੀ ਦੇ ਵੱਲ ਨੂੰ ਜਾ ਰਹੇ ਹੋਣਗੇ, ਉਹ ਇਸ ਬੋਰਡ ਨੂੰ ਪੜ੍ਹ ਕੇ ਜੋ ਪੰਜਾਬੀ ਨਹੀਂ ਹੋਣਗੇ ਕੀ ਸੋਚ ਰਹੇ ਹੋਣਗੇ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੇਗੀ ਕਿ ਦੇਖੋ ਇਸ ਤਰੀਕੇ ਦੇ ਨਾਲ ਬੋਰਡ ਦੇ ਉੱਤੇ ਲਿਖ ਦਿੱਤਾ ਗਿਆ, ਤਾਂ ਕਿ ਵਾਕਈ ਹੀ ਅਸੀਂ ਕੋਈ ਅਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਨੂੰ ਲੈ ਕੇ। ਇਸ ਦੇ ਉੱਤੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਸਿੱਧਾ ਜਿਹਾ ਸਵਾਲ ਹੈ ਕਿ ਖੰਨਾ ਦੇ ਵਿੱਚ LED ਬੋਰਡ ਦੇ ਉੱਤੇ ਕਿਸ ਨੇ ਸ਼ਰਾਰਤ ਕੀਤੀ ਹੈ, ਸ਼ਰਾਰਤ ਕਰਕੇ ਕਿਸ ਨੇ ਇਹ ਇਸ਼ਤਿਹਾਰ ਦੇ ਉੱਤੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕਰ ਦਿੱਤਾ। ਇਸ ਦੇ ਨਾਲ ਹੀ ਅੱਜ ਕੱਲ ਇਸ ਦੇ ਉੱਤੇ ਵੀ ਕਿ ਪੋਲੀਟੀਕਲ ਪਾਰਟੀਆਂ ਦਾ ਸਟੈਂਡ ਕੀ ਹੈ। ਪਹਿਲੀ ਬਿਆਨ ਦੇ ਵਿੱਚ ਹੋ ਸਕਦਾ ਹੈ ਕਿ ਸਾਰੇ ਇਸ ਦੀ ਨਿਖੇਧੀ ਕਰਨ, ਪਰ ਕੀ ਵਾਕਈ ਜੜ ਦੇ ਵਿੱਚ ਜਾਣ ਦੀ ਜ਼ਰੂਰਤ ਹੈ? ਤੇ ਦੂਜੇ ਪਾਸੇ ਕਿ ਸਾਡੇ ਸਿਸਟਮ ਦਾ ਫੇਲਿਅਰ ਨਹੀਂ, ਕਿਉਂਕਿ ਜੋ ਜਾਣਕਾਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿ ਰਹੇ ਨੇ ਕਿ ਮਦਰਬੋਰਡ ਦੇ ਉੱਤੇ ਲੱਗਿਆ ਹੁੰਦਾ ਇੱਕ ਪਾਸਵਰਡ, ਤੇ ਪਾਸਵਰਡ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਕਿ ਹੈਕ ਕੀਤਾ ਗਿਆ ਜਾਂ ਫਿਰ ਜਿਨ੍ਹਾਂ ਦੇ ਕੋਲ ਪਾਸਵਰਡ ਹੈ ਉਹਨਾਂ ਦੇ ਵਿੱਚੋਂ ਹੀ ਕਿਸੇ ਦੇ ਵੱਲੋਂ ਇਸ ਤਰੀਕੇ ਦੀ ਕੋਈ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅੱਜ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਸਾਡੇ ਮਹਿਮਾਨ ਜੁੜਨਗੇ ਜਿਨ੍ਹਾਂ ਤੋਂ ਅਸੀਂ ਅੱਜ ਸਵਾਲ ਇਸ ਪੂਰੇ ਮਾਮਲੇ ਦੇ ਉੱਤੇ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਕਈ ਲੋਕਾਂ ਨੂੰ ਇਹ ਵੀ ਲੱਗ ਰਿਹਾ ਹੋਵੇਗਾ ਕਿ ਵਾਕਈ ਇਸ ਮੁੱਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਉਸ ਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਇਹ ਪੰਜਾਬ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਸ਼ਿਸ਼ ਹੈ, ਤੇ ਦੂਜਾ ਇਲੈਕਸ਼ਨ ਨੇੜੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪੋਲੀਟੀਕਲ ਆਗੂਆਂ ਦੇ ਬਿਆਨ ਹੋ ਸਕਦਾ ਹੈ ਕਿ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਕਸਣ ਵਾਲੇ ਬਹੁਤ ਤਿੱਖੇ ਹੋ ਜਾਣ, ਪਰ ਗਾਲਾਂ ਤਾਂ ਪੰਜਾਬ 'ਚ ਕਦੇ ਨਹੀਂ ਕੱਢੀਆਂ ਜਾਂਦੀਆਂ। ਖੈਰ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਜੁੜ ਰਹੇ ਨੇ, ਸਾਡੇ ਨਾਲ ਸੁਰੇਸ਼ ਸ਼ਰਮਾ ਜੀ ਜੁੜ ਰਹੇ ਨੇ, ਟ੍ਰੈਫਿਕ ਮਾਰਸ਼ਲ ਨੇ ਚੰਡੀਗੜ੍ਹ ਦੇ ਵਿੱਚ। ਸਰ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਜੀ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਨੀਲ ਗਰਗ ਜੀ ਜੁੜ ਰਹੇ ਨੇ ਆਮ ਆਦਮੀ ਪਾਰਟੀ ਤੋਂ। ਗਰਗ ਸਾਹਿਬ ਤੁਹਾਡਾ ਵੀ ਸਵਾਗਤ ਹੈ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨ ਜਾ ਰਿਹਾ ਗਰਗ ਸਾਹਿਬ, ਕਿਉਂਕਿ ਤੁਹਾਡੀ ਹਿਮਾਇਤ ਹੋਈ ਹੈ ਤਾਂ ਤੁਹਾਡੇ ਉੱਤੇ ਸਵਾਲ ਤਾਂ ਉੱਠਣਗੇ। ਮੈਂ ਤੁਹਾਡਾ ਪਹਿਲਾ ਰਿਐਕਸ਼ਨ ਜਾਣਨਾ ਚਾਹੁੰਦਾ ਇਸ ਪੂਰੇ ਬੋਰਡ ਵਿਵਾਦ ਨੂੰ ਲੈ ਕੇ। ਨੀਲ ਗਰਗ, ਮੈਂ ਤਾਂ ਤੁਹਾਡੀ ਰਿਪੋਰਟ ਦੇ ਥਰੂ ਇਹ ਆਵਾਜ਼ ਡਿਸਟਰਬ ਆ ਰਹੀ ਹੈ ਸਰ, ਆਵਾਜ਼ ਨਹੀਂ ਠੀਕ ਆ ਰਹੀ, ਮਾੜਾ ਠੀਕ ਕਰਵਾ ਦਿਓ ਪਲੀਜ਼ ਪਿੱਛੋਂ। ਗੌਰਵ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਆਪਦੀ ਰਿਪੋਰਟ ਦੇ ਵਿੱਚ ਵੀ ਕਿ ਇਸ ਜਿਹੜੀ ਇਹ ਘਟਨਾ ਹੈ ਅਤੀ ਨਿੰਦਣਯੋਗ ਘਟਨਾ ਹੈਗੀ ਹੈ। ਇਸ ਤਰ੍ਹਾਂ ਦੀ ਹਰਕਤ ਜਿਸਨੇ ਵੀ ਕੀਤੀ ਹੈ ਤੇ ਉਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਘੱਟ ਹੈਗੀ ਹੈ, ਕਿਉਂਕਿ ਇੱਕ ਸਮਝਦਾਰ ਔਰ ਸਭਿਅਕ ਜਿਹੜਾ ਇਨਸਾਨ ਹੈ ਉਹ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ। ਔਰ ਆਮ ਆਦਮੀ ਪਾਰਟੀ ਇਹ ਬਿਲਕੁਲ ਇਸ ਦੀ ਨਿਖੇਧੀ ਕਰਦੀ ਹੈ। ਔਰ ਆਮ ਆਦਮੀ ਪਾਰਟੀ ਦੀ ਇਹੋ ਜਿਹੀ ਹਰਕਤ ਦੇ ਨਾਲ ਭਾਵੇਂ ਉੱਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਮਾਇਤ ਆਮ ਆਦਮੀ ਪਾਰਟੀ ਦੀ ਕਰਦੀ ਹੈ, ਪਰ ਆਮ ਆਦਮੀ ਪਾਰਟੀ ਦਾ ਕੋਈ ਹਮਾਇਤੀ ਇਹੋ ਜਿਹੀ ਘਟੀਆ ਹਰਕਤ ਨਹੀਂ ਕਰ ਸਕਦਾ। ਔਰ ਆਮ ਆਦਮੀ ਪਾਰਟੀ ਦਾ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਹਾਡੇ ਉੱਤੇ ਇਲਜ਼ਾਮ ਲਗਾ ਕੇ ਗਏ ਨੇ ਕਾਂਗਰਸ ਦੇ ਵਿਧਾਇਕ, ਕਹਿੰਦੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੈ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਦੇਖੋ, ਮੈਨੂੰ ਤਾਂ ਜੇ ਇਹ ਗੱਲ ਕਰਦੇ ਆ ਇਹਦੇ ਵਿੱਚ ਇਹਨਾਂ ਦੀ ਹੋਈ ਸਾਜ਼ਿਸ਼ ਨਜ਼ਰ ਆਉਂਦੀ ਹੈ। ਜਿਸ ਤਰੀਕੇ ਨਾਲ ਇਹਨਾਂ ਦੇ ਵਿੱਚ ਗਰੁੱਪਬਾਜ਼ੀ ਹੈਗੀ ਹੈ, ਜਿਸ ਤਰ੍ਹਾਂ ਇਹਨਾਂ ਦੇ ਵਿੱਚ ਦੋ ਤਿੰਨ ਧੜੇ ਹੈਗੇ, ਕਿਉਂਕਿ ਆਮ ਆਦਮੀ ਪਾਰਟੀ ਕਦੇ ਵੀ ਨੈਗੇਟਿਵ ਏਜੰਡੇ ਦੇ ਉੱਤੇ ਕੰਮ ਨਹੀਂ ਕਰਦੀ। ਸਾਡੇ ਕੋਲੇ ਬਹੁਤ ਸਾਰੇ ਏਜੰਡੇ ਨੇ, ਪੋਜ਼ਿਟਿਵ ਏਜੰਡੇ ਨੇ। ਤੁਸੀਂ ਦੇਖ ਲਓ, ਭਾਵੇਂ ਉਹ ਸਥਾਨਕ ਸਰਕਾਰਾਂ ਦੀ ਚੋਣ ਹੋਵੇ ਜਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਵੇ, ਚਾਹੇ ਵਿਧਾਨ ਸਭਾ ਦਾ ਇਲੈਕਸ਼ਨ ਹੋਵੇ, ਅਸੀਂ ਹਮੇਸ਼ਾ ਏਜੰਡਿਆਂ ਦੀ ਗੱਲ ਕੀਤੀ, ਅਸੀਂ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ। ਅਸੀਂ ਇਹੋ ਜਿਹੀ ਘਟੀਆ ਕਿਸਮ ਦੀ ਜਿਹੜੀ ਹੈ ਰਾਜਨੀਤੀ ਨਾ ਕਰਦੇ ਹਾਂ, ਨਾ ਇਸ ਨੂੰ ਅਸੀਂ ਪਸੰਦ ਕਰਦੇ ਹੈਗੇ ਆ। ਜੇਕਰ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰਦੀ ਹੈ ਤਾਂ ਕਾਂਗਰਸ ਜ਼ਰੂਰ ਕਰਦੀ ਹੈ, ਜਿੱਦਾਂ 2017 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੇ ਰਹੇ ਨੇ। ਉਦੋਂ ਕਦੇ ਸਾਨੂੰ ਇਹ ਖਾਲਿਸਤਾਨੀ ਕਹਿੰਦੇ ਸੀ, ਕਦੇ ਸਾਨੂੰ ਇਹ ਟੋਪੀਆਂ ਵਾਲੇ ਕਹਿੰਦੇ ਸੀ। ਜੋ ਕਦੇ ਸਾਨੂੰ ਜੇ ਮੌੜ ਬੰਬ ਧਮਾਕਾ ਹੋ ਜਾਂਦਾ ਹੈਗਾ ਉਹਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਜਦਕਿ 4.5 ਸਾਲ ਤੋਂ ਇਹਨਾਂ ਦੀ ਸਰਕਾਰ ਹੈਗੀ ਹੈ, ਹਾਲੇ ਤੱਕ ਉਸ ਦੀ ਇਹਨਾਂ ਨੇ ਨਿਰਪੱਖ ਜਾਂਚ ਹੀ ਨਹੀਂ ਕਰ ਸਕੇ ਔਰ ਦੋਸ਼ੀਆਂ ਨੂੰ ਫੜ ਨਹੀਂ ਸਕੇ। ਸਾਰੀਆਂ ਏਜੰਸੀਆਂ ਇਹਨਾਂ ਕੋਲੇ ਹੈਗੀਆਂ। ਔਰ ਸਾਰਿਆਂ ਤੋਂ ਵੱਡੀ ਗੱਲ ਹੈ ਗੌਰਵ ਜੀ, ਜਿੱਥੇ ਇਹ ਘਟਨਾ ਵਾਪਰੀ ਹੈ ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ, ਸਰਕਾਰ ਦੀ ਬਣਦੀ ਹੈ, ਬੋਰਡ ਸਰਕਾਰ ਦਾ, ਮੁਲਾਜ਼ਮ ਸਰਕਾਰ ਦੇ, ਪ੍ਰਸ਼ਾਸਨ ਸਰਕਾਰ ਦਾ। ਆਮ ਆਦਮੀ ਪਾਰਟੀ ਦਾ ਵਰਕਰ ਜਾ ਕੇ ਕਿਵੇਂ ਕਰਾਵੇਗਾ? ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਬਲੀਵਾਲ ਜੀ ਦਾ ਰੁਖ ਕਰਦਾ। ਬਲੀਵਾਲ ਸਾਹਿਬ, ਇਹ ਤਾਂ ਤੁਹਾਡੇ ਧੜਿਆਂ ਦਾ ਕੰਮ ਹੋ ਸਕਦਾ ਹੈ, ਆਮ ਆਦਮੀ ਪਾਰਟੀ ਕਹਿੰਦੀ ਹੈ, ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਤਰੀਕੇ ਦੀ ਜੇ ਘਟਨਾ ਹੋਈ ਹੈ ਤਾਂ ਫਿਰ ਜ਼ਿੰਮੇਵਾਰੀ ਤਾਂ ਸਰਕਾਰ ਜਾਂ ਪ੍ਰਸ਼ਾਸਨ ਦੀ ਹੀ ਬਣੇਗੀ ਨਾ। ਬਲੀਵਾਲ ਸਾਹਿਬ ਲੱਗਦਾ ਤੁਸੀਂ ਮਿਊਟ ਕੀਤਾ। ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਹੈ? ਹਾਂਜੀ, ਹੁਣ ਆਵਾਜ਼ ਆ ਰਹੀ।
ਮੈਂ ਇੱਕ ਬੇਨਤੀ ਕਰਦਾ ਹਾਂ ਕਿ ਮੈਂ ਇਸ ਚੀਜ਼ ਦੇ ਉੱਪਰ ਕਿਸੇ ਪਾਰਟੀ ਦੇ ਉੱਪਰ ਗਲੇਮਬਾਜ਼ੀ ਕਰਾਂ, ਹੋਰ ਕੁਝ ਕਰਾਂ, ਮੈਂ ਉਹ ਨਹੀਂ ਕਰੂੰਗਾ। ਮੈਂ ਇੱਕ ਗੱਲ ਕਹਿਣਾ ਹੈ ਕਿ ਇਹ ਗੱਲ ਜਿਹੜੀ ਉਹਦੇ ਉੱਪਰ ਸ਼ਬਦ ਵਰਤੇ ਗਏ ਆ, ਗਾਲਾਂ ਵਰਤੀਆਂ ਗਈਆਂ, ਉਹ ਪੰਜਾਬ ਦੇ ਮੁੱਖ ਮੰਤਰੀ ਲਈ ਵਰਤੀਆਂ ਗਈਆਂ, ਕੱਲੇ ਪੰਜਾਬੀ ਲਈ ਵਰਤੀ ਗਈ ਆ। ਉਹਨਾਂ ਨੇ ਸਾਡੀ ਪੱਗ ਨੂੰ ਹੱਥ ਪਾਇਆ ਅੱਜ, ਜਿਹੜੇ ਵੀ ਲੋਕ ਨੇ, ਕਿਉਂਕਿ ਬੜਾ ਇਹ ਮੈਂ ਜ਼ਿੰਮੇਵਾਰੀ ਮੈਂ ਕਹਾਂ ਕਿ ਕੇਜਰੀਵਾਲ ਵਾਲਿਆਂ ਨੇ ਕਰਵਾਤਾ ਜਾਂ ਅਕਾਲੀ ਦਲ ਵਾਲਿਆਂ ਨੇ ਕਰਾਤਾ, ਭਾਜਪਾ ਵਾਲਿਆਂ ਨੇ ਕਰਾਤਾ, ਮੈਂ ਕਿਸੇ ਨੂੰ ਦੂਸ਼ਣਬਾਜ਼ੀ ਨਹੀਂ ਕਰਦਾ। ਗੱਲ ਆ ਕਿ ਮੁੱਖ ਮੰਤਰੀ ਪੰਜਾਬ ਦਾ ਹੈ ਤੇ ਸੀਐਮ ਸ਼ਬਦ ਵਰਤਿਆ ਗਿਆ, ਬੜੀ ਮਾੜੀ ਗੱਲ ਹੈ। ਮੈਂ ਸੀਐਮ ਆਫਿਸ ਨੂੰ ਵੀ ਤੇ ਸੀਐਮ ਸਾਹਿਬ ਨੂੰ ਬੇਨਤੀ ਆਲਰੇਡੀ ਕਰ ਚੁੱਕੇ ਹਾਂ ਇਸ ਮਾਮਲੇ ਤੇ ਕਿ ਪ੍ਰਸ਼ਾਸਨ ਨੂੰ ਵੀ ਹੱਥੇ ਲੈਣਾ ਪੈਣਾ ਸਾਨੂੰ, ਕਿਉਂਕਿ ਐਈਆਂ ਦੀਆਂ ਗੱਲਾਂ ਤਾਂ ਕੋਈ ਵੀ ਕਰਕੇ ਚਲਿਆ ਜਾਊਗਾ। ਇਹ ਕੋਈ ਪੰਜਾਬ ਦਾ ਮਾਹੌਲ ਹੈ, ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਲਿਖ ਦਿਓ ਤੁਸੀਂ ਉਹਦੇ ਤੇ ਸਾਰੇ ਪੰਜਾਬ ਨੂੰ ਲਿਖ ਦਿਓ। ਕਿਹੜੀ ਰਾਜਨੀਤੀ ਵੱਲੀ ਤੁਰ ਪਏ ਹੋ? ਮੈਂ ਇੱਕ ਗੱਲ ਕਹਿ ਰਿਹਾ ਕਿ ਪੁਰਾਣੀਆਂ ਜਿਹੜੀਆਂ ਕੇਜਰੀਵਾਲ ਹੁਣੀ ਹੈਗੇ ਨੇ, ਉਹ ਐਡਵਰਟਾਈਜ਼ਮੈਂਟ ਦੇ ਮਾਸਟਰ ਨੇ, ਨੈਗੇਟਿਵ ਪਬਲਿਸਿਟੀ ਉਹਨਾਂ ਨੂੰ ਕਰਨੀ ਆਉਂਦੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਮੀਡੀਆ ਦੇ ਵਿੱਚ ਹਾਈਲਾਈਟ ਹੋਣਾ। ਪਰ ਮੈਂ ਕਿਸੇ ਤੇ ਦੂਸ਼ਣਬਾਜ਼ੀ ਫਿਰ ਨਹੀਂ ਕਰ ਰਿਹਾ, ਜ਼ਿੰਮੇਵਾਰੀ ਤੁਸੀਂ ਪ੍ਰਸ਼ਾਸਨ ਦੀ ਬਣਦੀ ਹੈ। ਕਰ ਗਏ ਉਹ ਦੇਖੋ, ਕਹਿੰਦੇ ਕਿ ਅਸੀਂ ਨੈਗੇਟਿਵ ਗੱਲ ਨਹੀਂ ਕਰਦੇ, ਪਰ ਤੁਸੀਂ ਕਹਿੰਦੇ ਹੋ ਕਿ ਨੈਗੇਟਿਵ ਗੱਲ ਉਹ ਕਰਦੇ ਨੇ। ਮੈਂ ਇੱਕ ਬੇਨਤੀਆਂ, ਕਈ ਪੇਜਿਸ ਚੱਲੇ ਨੇ, ਬਾਕੀ ਚੀਜ਼ਾਂ ਚੱਲਦੀਆਂ, ਕਈ ਚੀਜ਼ਾਂ ਦੇ ਕੁਐਸਚਨੇਬਿਲਿਟੀ ਕਰਦੀ ਹੈ। ਮੈਂ ਕਹਿੰਦਾ ਜੀ ਇਹ ਹੱਦ ਤੱਕ ਗਿਰ ਜਾਣਗੇ ਫਿਰ ਤਾਂ ਬਿਲਕੁਲ ਨਹੀਂ ਨਾ ਹੋਇਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਲੈਣੀ ਹੀ ਪੈਣੀ ਹੈ। ਤੇ ਮੁੱਖ ਮੰਤਰੀ ਸਾਹਿਬ ਬੜੇ ਸੁਲਝੇ ਹੋਏ ਤੇ ਇਸ ਚੀਜ਼ ਤੇ ਐਕਸ਼ਨ ਤੇ ਆ। ਮੈਂ ਤਾਂ ਈਵਨ ਕੋਟਲੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ, ਉਹ ਵੀ ਸਟ੍ਰਿਕਟਲੀ ਹੋ ਜਾਣ, ਦੂਜੇ ਹਲਕਿਆਂ ਦੇ ਫਿਰਦੀ ਬਜਾਏ ਆਪਦੇ ਹਲਕੇ ਦੇ ਵਿੱਚ ਇਸ ਚੀਜ਼ ਦੇ ਉੱਪਰ ਪਹਿਰਾ ਦੇਣ, ਆਪ ਖੜ ਕੇ ਦੇਣ, FIR ਦਰਜ ਕਰਾਉਣ, ਨੰਗਾ ਕਰਨ ਉਹ ਬੰਦੇ ਨੂੰ। ਤੇ ਮੈਂ ਬੇਨਤੀ ਕਰੂੰਗਾ ਨੀਲ ਕਰਕੁੜਾ ਨੂੰ, ਜੇ ਇਹਨਾਂ ਦਾ ਬੰਦਾ ਲੱਭਿਆ ਹੋ ਇਹ ਵੀ ਉਹਦੀ ਪੈਰਵਾਈ ਨਾ ਕਰਨ ਤੇ ਉਹਨੂੰ ਮਿਸਾਲੀ ਸਜ਼ਾ ਦੇਣੀ ਬਣਦੀ ਹੈ, ਕਿਉਂਕਿ ਪੱਗ ਨੂੰ ਹੱਥ ਪਾਇਆ ਵਾ ਪੰਜਾਬੀਆਂ ਦੀ ਨੂੰ। ਕੱਲੇ CM ਸਾਹਿਬ ਨੂੰ ਗਾਲ ਨਹੀਂ ਕੱਢੀ, ਕੱਲੇ ਪੰਜਾਬੀ ਨੂੰ ਗਾਲ ਕੱਢੀ ਆ ਉਹ, ਤੇ ਉਹਦਾ ਬਦਲਾ ਤੇ ਉਹਦਾ ਹੱਕ ਤੇ ਇਨਸਾਫ ਦਵਾਉਣਾ ਬੰਦ ਹੈ। ਨੰਗਾ ਕਰਾਂਗੇ ਜਨਤਾ ਦੀ ਕਚਹਿਰੀ ਚ ਉਹਨੂੰ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਸੁਰੇਸ਼ ਸ਼ਰਮਾ ਜੀ ਵੀ ਜੁੜੇ ਹੋਏ ਨੇ। ਸਰ ਮੈਂ ਤੁਹਾਡੇ ਕੋਲ ਆਉਂਗਾ ਇਸ ਵਿੱਚ। ਸਾਡੇ ਨਾਲ ਮਨਜੀਤ ਸਿੰਘ ਜੀ ਵੀ ਜੁੜੇ ਹੋਏ ਨੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਸਰ ਤੁਹਾਡਾ ਵੀ। ਪ੍ਰੋਫੈਸਰ ਸਾਹਿਬ ਆ ਵੀ ਦਿਨ ਦੇਖਣੇ ਪੈਣਗੇ ਹੁਣ ਸਿਆਸਤ 'ਚ। ਤੀਜਾ ਚੌਥਾ ਇਲੈਕਸ਼ਨ ਤਾਂ ਮੈਂ ਕਵਰ ਕਰ ਰਿਹਾ ਖੁਦ ਆਪਣੇ ਜਰਨਲਿਜ਼ਮ ਦੇ ਕਰੀਅਰ ਦੇ ਵਿੱਚ। ਗਾਲਾਂ ਤਾਂ ਨਹੀਂ ਕੱਢਦਾ ਕੋਈ ਇਸ ਤਰੀਕੇ ਨਾਲ ਜਨਤਕ ਤੌਰ ਦੇ ਉੱਤੇ, ਕਿ ਹੁਣ ਇਹ ਵੀ ਦਿਨ ਦੇਖਣੇ ਪੈਣਗੇ ਸਿਆਸਤ 'ਚ। ਬੜਾ ਕੁਝ ਦੇਖ ਰਹੇ ਹਾਂ ਆਪਾਂ। ਬਾਕੀ ਜਾਰੀ ਹੈਗੀ ਹੈ ਕਿ ਜਿਵੇਂ ਕੋਈ ਟੈਕਨੀਕਲ ਕੰਪਨੀ ਨੇ ਕਿਸੇ ਤਰ੍ਹਾਂ ਇਲੈਕਸ਼ਨ ਕੀਤੀ, ਪਾਰਟੀਆਂ ਦੇ ਆਧਾਰ ਤੇ, ਦੂਜਿਆਂ ਦੇ ਆਧਾਰ ਤੇ, ਕਿਸੇ ਵਿਚਾਰਧਾਰਾ ਦੇ ਆਧਾਰ ਤੇ ਕਦੀ ਚੋਣਾਂ ਹੁੰਦੀਆਂ ਸੀ। ਸਾਰੀਆਂ ਪਾਰਟੀਆਂ ਦੇ ਲੀਡਰ ਆਪੋ ਆਪਣੇ ਥੱਲੇ ਤੱਕ ਦੀਪਨਾ ਤੱਕ ਮੋਬਿਲਾਈਜ਼ ਕਰਦੇ ਸੀ, ਕਿਤੇ ਉਸ ਸਾਰਾ ਉਹ ਕੰਮ ਹੁੰਦਾ ਸੀ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਪਰ ਜੋ ਜਿਸ ਨਾਲ ਚੋਣਾਂ ਹੁਣ ਕੰਡਕਟ ਕੀਤੀਆਂ ਜਾਂਦੀਆਂ, ਕੰਪਨੀਆਂ ਹਾਇਰ ਕਰ ਲਈਆਂ, ਉਹ ਬੰਦੇ ਹਾਇਰ ਕਰ ਲਏ, ਤਮਾਸ਼ੇ ਕਰ ਲਏ, ਕੋਈ ਅਕਾਊਂਟੇ ਲੀਡੂ ਬਣਾ ਲਏ, ਗਾਲੀ ਗਲੋਚ ਕਰਦਾ, ਕਿਸੇ ਨੂੰ ਕਹਿਤਾ ਕਿ ਬੰਦੇ ਦਾ ਚਿਹਰਾ ਲੈਣ ਦਾ, ਚਿਹਰੇ ਤੋਂ ਬਗੈਰ ਚੋਣ ਨਹੀਂ ਹੋ ਸਕਦੀ। ਪਾਰਟੀ ਤੱਕ ਨਹੀਂ ਦੱਸੀ ਹੈ, ਫਿਰ ਬੰਦਿਆਂ ਦਾ ਕਰੋਗੇ ਕੋਈ ਕੋਈ ਜਵਾਨਾ ਖਾਈ ਹੈ ਤੇ ਤੁਸੀਂ ਚਿਹਰੇ ਨਾਲ। ਇਹ ਸਾਰੇ ਦਾ ਸਾਰਾ ਇੰਨਾ ਜ਼ਿਆਦਾ ਪਿਛਲੇ ਸਮੇਂ ਬਦਲ ਚੁੱਕਾ ਆ ਕਿ ਉਹਦਾ ਅਲਟੀਮੇਟਲੀ ਇੱਥੇ ਹੀ ਪਹੁੰਚਣਾ ਸੀ ਜਿੱਥੇ ਪਹੁੰਚਿਆ। ਹੁਣ ਤੁਸੀਂ ਦੇਖ ਲਿਓ ਕਿ ਇਹ ਜਾਤਾਂ ਕਰਕੇ ਕੋਈ ਰੈਗੂਲੇਟ ਕਰਨਾ ਜਾਂ ਕੰਟਰੋਲ ਕਰਨਾ ਅਸੀਂ ਕੋਈ ਸੌਲਿਡ ਤਰੀਕਾ ਨਹੀਂ ਕੱਢਦੇ ਤੇ ਇਹ ਗੁੱਠਾ ਹੋਣ ਵਾਲੀ ਰਾਜਨੀਤੀ ਹੋਊਗੀ ਆਉਣ ਵਾਲੇ ਸਮੇਂ 'ਚ। ਬੜਾ ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡੀ ਆਵਾਜ਼ ਬਹੁਤ ਕਲੀਅਰ ਮੇਰੇ ਤੱਕ ਨਹੀਂ ਆ ਰਹੀ, ਸ਼ਾਇਦ ਦਰਸ਼ਕਾਂ ਨੂੰ ਵੀ ਸਮਝਣ 'ਚ ਮੁਸ਼ਕਲ ਹੋ ਰਹੀ ਹੋਵੇ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਸੁਰੇਸ਼ ਸ਼ਰਮਾ ਜੀ ਜੁੜੇ ਹੋਏ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਇਹ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਹੈ, ਇਹ NHAI ਦੀ ਜ਼ਿੰਮੇਵਾਰੀ ਹੈ, ਇਹ ਲੋਕਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ? ਜਿਹੜੇ ਬੋਰਡਸ ਲੱਗਦੇ ਨੇ, ਜੋ ਡਿਸਪਲੇ ਬੋਰਡਸ ਹੁੰਦੇ ਨੇ, LED ਬੋਰਡਸ ਜਾਂ ਸਾਈਨ ਬੋਰਡਸ ਅਸੀਂ ਜ਼ਿਕਰ ਕਰੀਏ, ਡਿਜੀਟਲ ਬੋਰਡਸ, ਇਹ ਕਿਸ ਦੀ ਜ਼ਿੰਮੇਵਾਰੀ ਤੁਸੀਂ ਸਮਝਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ? ਦੇਖੋ, ਜ਼ਿੰਮੇਵਾਰੀ ਸੈਕੰਡਰੀ ਇਸ਼ੂ ਹੋ ਜਾਂਦਾ ਹੈ। ਜਿਸ ਤਰੀਕੇ ਨਾਲ ਇਹ ਜਿਹੜੀ ਵਰਡਿੰਗ ਲਿਖੀ ਹੋਈ ਹੈ, ਇਹ ਸਾਡੇ ਵਾਸਤੇ ਹਰ ਇੱਕ ਦੀ ਭੈਣਾਂ ਹੈਗੀਆਂ, ਕਿਸੇ ਲਈ ਵੀ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ। ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕ੍ਰਿਟਿਸਾਈਜ਼ ਜਾਂ ਸਪੋਰਟ ਨਹੀਂ ਕਰਦਾ। ਮੈਂ ਇੱਕ ਜਨਰਲ ਗੱਲ ਕਰਨਾ ਚਾਹੁੰਦਾ ਹੈ। NHAI ਜਿਹੜਾ ਹੈ, NHAI ਦੀ ਆਪਣੀ ਇੱਕ ਅਥਾਰਟੀ ਹੁੰਦੀ ਹੈ, ਉਹਦਾ ਹਰ ਏਰੀਏ ਦਾ ਏਰੀਆ ਵਾਈਜ਼ ਡਾਇਰੈਕਟਰ ਹੁੰਦਾ ਹੈ। ਉਸ ਡਾਇਰੈਕਟਰ ਦੇ ਅੰਡਰ ਹੀ ਇਹ ਸਾਰੇ ਜਿੰਨੇ ਵੀ ਡਿਸਪਲੇ ਹੈ ਔਰ ਜਿੰਨੇ ਵੀ ਫੈਸਿਲਿਟੀਜ਼ हैं
ਉਹਦੇ ਕੰਟਰੋਲ 'ਚ ਚੱਲਦੀਆਂ। ਇਹ ਪੋਸਿਬਿਲਿਟੀਜ਼ ਹੈ ਕਿ ਪਾਸਵਰਡ हैक हो गया होगा, बट 2 दिन तक वो डिस्प्ले चलता रहा और हैक होए दा रीजनल डायरैक्टर ਨੂੰ ਪਤਾ ਵੀ ਨਾ ਹੋਏ, ਉਹਦੇ ਅੰਡਰ ਜਿਹੜੀ ਟੀਮ ਹੈ ਉਹਨੂੰ ਪਤਾ ਨਾ ਲੱਗੇ ਕਿ 2 ਦਿਨ ਤੱਕ ਇਹ ਇਸ ਕਿਸਮ ਦੀ ਵਲਗਰ ਜਿਹੜੀ ਇੱਕ ਪਰਿਵਾਰਿਕ ਮਾਹੌਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਜੇ ਬੰਦਾ ਆਪਣੀ ਫੈਮਿਲੀ ਨਾਲ ਜਾ ਰਿਹਾ ਹੈ ਉਹਨੂੰ ਪੜ ਵੀ ਸਕਦਾ ਹੈ, ਤੇ ਮੇਰੇ ਹਿਸਾਬ ਨਾਲ ਜਿਹੜਾ ਰੀਜਨਲ ਡਾਇਰੈਕਟਰ ਹੈ ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਬਣਦੀ ਹੈ। ਜੇ हैक ਹੋਇਆ ਤਾਂ ਉਹਨੂੰ ਕੰਪਲੇਂਟ ਕਰਨੀ ਚਾਹੀਦੀ ਹੈ, ਇਮੀਡੀਏਟਲੀ ਸਟਾਪ ਕਰਨਾ ਚਾਹੀਦਾ ਹੈ। 2 ਦਿਨ ਤੱਕ ਉਹਨੇ ਦੇਖਿਆ ਹੀ ਨਹੀਂ ਇਸ ਬੋਰਡ ਨੂੰ, ਬੋਰਡ ਚੱਲਦਾ ਰਿਹਾ, ਇਹ ਤਾਂ ਬੜੀ ਸ਼ਰਮ ਦੀ ਗੱਲ ਹੈ ਨਾ ਜੀ। ਤੁਹਾਨੂੰ ਲੱਗਦਾ ਕਿ NHI ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ? 100% ਟ੍ਰੈਫਿਕ ਪੁਲਿਸ ਦੇ ਅੰਡਰ ਨਾ ਇਹ ਬੋਰਡ ਆਉਂਦੇ ਹੈ, ਨਾ ਉਹਨਾਂ ਦੀ ਕੋਈ ਕਿਸੇ ਕਿਸਮ ਦਾ ਕੋਈ ਕੰਟਰੋਲ ਹੁੰਦਾ ਹੈ। ਟ੍ਰੈਫਿਕ ਪੁਲਿਸ ਦਾ ਕੰਮ ਹੈ ਟ੍ਰੈਫਿਕ ਥੋੜਾ ਜਿਹਾ ਇਹ ਵੀ ਸਮਝਾ ਦਿਓ ਲੋਕਾਂ ਨੂੰ ਪਤਾ ਲੱਗ ਸਕੇ ਕਿ ਵਾਕਈ ਕੋਈ ਕੰਟਰੋਲ ਰੂਮ ਹੁੰਦਾ ਹੈ ਕਿ ਕਿਵੇਂ ਨਾ ਬੋਰਡ ਦੇ ਉੱਤੇ ਜਿਹੜੇ ਜੋ ਕੁਝ ਵੀ ਲਿਖਿਆ ਹੁੰਦਾ ਹੈ, ਆਮ ਤੌਰ ਤੇ ਕੋਈ ਸੁਝਾਅ ਦਿੱਤਾ ਜਾਂਦਾ ਹੈ, ਕੋਈ ਚੇਤਾਵਨੀ ਟ੍ਰੈਫਿਕ ਰੂਲਸ ਨੂੰ ਲੈ ਕੇ ਚੀਜ਼ਾਂ ਲਿਖੀਆਂ ਜਾਂਦੀਆਂ ਨੇ, ਇਹ ਕਿਵੇਂ ਆਪਰੇਟ ਹੁੰਦੇ ਨੇ? ਉਸੇ ਥਾਂ ਤੇ ਕੰਟਰੋਲ ਹੁੰਦਾ ਇਹਨਾਂ ਦਾ ਜਾਂ ਦੂਰ ਬੈਠਾ ਕੋਈ ਇਹਨਾਂ ਨੂੰ ਕੰਟਰੋਲ ਕਰ ਸਕਦਾ? NHI ਦਾ ਜੀ 24/7 ਇੱਕ ਟੋਲ ਫ੍ਰੀ ਨੰਬਰ ਹੁੰਦਾ ਹੈ ਜਿਹਦਾ ਨੰਬਰ ਹੈ 1033। ਹਰ ਏਰੀਆ ਦਾ ਇੱਕ ਰੀਜਨਲ ਡਾਇਰੈਕਟਰ ਹੁੰਦਾ ਹੈ। ਲਾਸਟ ਈਅਰ ਮੈਨੂੰ ਇਸ ਏਰੀਆ ਦਾ ਮੈਨੂੰ ਜਿੱਥੇ ਤੱਕ ਪਤਾ ਹੈ योगेश चंद्रा सीगे प्रोजेक्ट डायरेक्टर NHI दे इस पर्टिकुलर हाईवे दे, ठीक है, इस एरिया दे NHI 44 कहलांदा है, ਜਿਹਦੇ योगेश चंद्रा सीगे डायरेक्टर लास्ट ईयर तक। ਉਹਨਾਂ ਦੇ ਅੰਡਰ ਹੈ, ਉਹਨਾਂ ਕੋਲ ਹੀ ਕੰਟਰੋਲ ਹੈ, ਉਹੀ ਟੈਕਸ ਕਲੈਕਸ਼ਨ ਕਰਨਾ, ਮੇਨਟੇਨੈਂਸ ਕਰਨਾ ਉਹੀ ਦੇਖਦੇ ਆ ਸਾਰਾ। ਪੁਲਿਸ ਦਾ ਇਹਦੇ 'ਚ ਕੋਈ ਰੋਲ ਨਹੀਂ ਹੈ। ठीक है, एक सिविलियन दी ठीक है, मैं थोड़े वापस आऊंगा सर, मैं बलीवाल साहब का एक रिएक्शन चाहना, मैं सर थोड़े को वापस आऊंगा। बहुत सारे सवाल ने मैं जानना चाहना, लोग जानना चाहते होंगे। बलीवाल साहब ਅੱਗੇ ਹੁਣ ਕਿਵੇਂ ਤੁਸੀਂ ਪ੍ਰੋਸੀਡ ਕਰ ਰਹੇ ਹੋ? ਤੁਸੀਂ ਕਹਿ ਦਿੱਤਾ ਕਿ ਠੀਕ ਹੈ ਆਪਾਂ ਸਿਆਸਤ ਨਾਲ ਗੱਲ ਕਰੀਏ ਇਸ ਦੇ ਉੱਤੇ ਜਾਂ ਇਸ ਤਰੀਕੇ ਨਾਲ ਆਪਾਂ ਅੱਗੇ ਨਾ ਵਧੀਏ ਕਿ ਇੱਕ ਦੂਜੇ ਨੂੰ ਦੂਸ਼ਣਬਾਜ਼ੀ ਕਰੀਏ, ਪਰ ਦੇਖੋ 8-10 ਘੰਟਿਆਂ ਦੇ ਵਿੱਚ ਪੁਲਿਸ ਗੱਲ ਕਰਨ ਨੂੰ ਤਿਆਰ ਨਹੀਂ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਮੀਡੀਆ ਦੇ ਨਾਲ, ਕਿ ਦੱਸੋ ਤਾਂ ਸਹੀ ਨਾ ਕਿ ਕਰ ਕੀ ਰਹੇ ਹੋ ਤੁਸੀਂ? ਦੇਖੋ ਬੇਨਤੀ ਹੈ, ਅੱਜ ਛੁੱਟੀ ਵਾਲਾ ਦਿਨ ਸੀ, ਸਭ ਤੋਂ ਵੱਡੀ ਗੱਲ ਹੈ ਗੱਲ ਕਿਵੇਂ ਤੁਸੀਂ ਆਖੀ ਕਿ ਇਹ ਬੋਰਡ ਇੱਥੋਂ ਹੀ ਆਪਰੇਟ ਹੁੰਦਾ ਕਿ ਇਹਦੀ ਆਪਰੇਸ਼ਨਲ ਦਿੱਲੀ ਜਾਂ ਜਿੱਥੇ ਇਹਨਾਂ ਦਾ ਹੈੱਡ ਆਫਿਸ ਬਣਿਆ ਹੋਇਆ ਅੰਬਾਲਾ ਜਾਂ ਜਿੱਥੇ ਵੀ XYZ ਉੱਥੇ ਹੁੰਦਾ ਹੈ। ਇਹ ਚੀਜ਼ ਦੀ ਜ਼ਿੰਮੇਵਾਰੀ ਤਾਂ NHI ਨੂੰ ਲੈਣੀ ਹੀ ਪਊਗੀ ਕਿਉਂਕਿ ਉਹਨਾਂ ਦਾ ਜੁਡੀਡਿਕਸ਼ਨ ਏਰੀਆ ਸੀ, ਉਹਨਾਂ ਦੀ ਪ੍ਰਾਪਰਟੀ ਹੈਗੀ ਹੈ, ਨੈਸ਼ਨਲ ਹਾਈਵੇ ਆ, ਉਹਨਾਂ ਦੀ ਪ੍ਰਾਪਰਟੀ ਦੇ ਅਧੀਨ ਇਹ ਚੀਜ਼ ਹੋਈ ਹੈ। ਹੁਣ ਡਿਪੈਂਡ ਕਰਦਾ, ਹੁਣ ਅਸੀਂ ਆਪ ਦੇ ਵੱਲੋਂ ਵੀ ਇਸ ਚੀਜ਼ ਦੇ ਉੱਪਰ SSP ਨਾਲ ਗੱਲ ਹੋਈ ਹੈ ਕਿ ਹਾਂ ਆਪਾਂ ਇੱਥੇ ਕੀ ਐਕਸ਼ਨ ਲੈ ਸਕਦੇ ਹਾਂ। ਜੇ ਐਜ਼ ਅ ਕੰਪਲੇਂਟੈਂਟ ਉੱਥੋਂ ਦੇ ਲੋਕਲ ਵੱਲੋਂ ਅਸੀਂ ਦਰਜ ਕਰਵਾਤੀ ਹੈ ਕੰਪਲੇਂਟ, ਹੁਣ NHI ਦਰਜ ਕਰਦਾ ਕਿ ਨਹੀਂ, ਅਗਰ ਇਹ ਰੀਜਨਲ ਆਫਿਸ ਤੋਂ ਹੋਇਆ ਜਾਂ ਉੱਥੋਂ ਹੈਕਿੰਗ ਹੋਈ ਹੈ ਫਿਰ ਵੀ ਪਤਾ ਕਰਾਉਣਾ ਪੈਣਾ। ਤੇ ਨਿਤਿਨ ਗਡਕਰੀ ਨੂੰ 2 ਦਿਨਾਂ ਬਾਅਦ CM ਸਾਹਿਬ ਮਿਲ ਰਹੇ ਆ, ਉੱਥੇ ਵੀ ਇਹ ਇਸ਼ੂ ਚੱਕਾਂਗੇ। ਜੇ ਇਹ ਜੀ ਗੱਲਾਂ ਹੋਣ ਲੱਗ ਜਾਣ, ਸੜਕਾਂ ਤੇ ਮਾਵਾਂ ਭੈਣਾਂ ਦੀਆਂ ਗਾਲਾਂ ਲਿਖਣ ਲੱਗ ਜਾਣ, ਸਾਰੇ ਪੰਜਾਬੀਆਂ ਨੂੰ ਲੋਕ ਗਾਲਾਂ ਕੱਢਣ ਲੱਗ ਜਾਣ, ਜਿਹੜਾ ਇਹ ਦੀ ਮਾਨਸਿਕਤਾ ਦੇ ਲੋਕ ਸਾਡੇ ਸਮਾਜ 'ਚ ਆ ਜਾਣਗੇ, ਗੌਰਵ ਜੀ ਬਹੁਤ ਔਖਾ ਹੋਊਗਾ ਕਿਉਂਕਿ ਫਿਰ ਇਲੈਕਸ਼ਨਾਂ ਨਹੀਂ ਹੋਣਗੀਆਂ। ਕਿਉਂਕਿ ਗੱਲ ਆ ਕਿ ਪੰਜਾਬੀ ਆਪਦੀ ਇੱਜ਼ਤ ਦੀ ਅਣਖ ਲਈ ਕਤਲ ਵੀ ਕਰ ਜਾਂਦੇ ਆ। ਇਹ ਤਾਂ ਸਿੱਧੀ ਵਜ਼ਾਰ ਕੀਤੀ ਹੈ ਯਾਰ ਉਸ ਆਦਮੀ ਨੇ। ਆਪਾਂ ਕੀ ਕਰੀਏ, ਕਿਹੜੀ ਲਾਅ ਐਂਡ ਆਰਡਰ ਦੀ ਆਪਾਂ ਇਸ ਤੇ ਗੱਲ ਕਰ ਲਈਏ ਜਿਹੜੀ ਉਹਦੇ ਵਿੱਚ ਸਾਰਾ ਪੰਜਾਬ ਆ ਜਾਂਦਾ CM ਲਿਖੇ ਦੇ ਉੱਪਰ, CM ਪੰਜਾਬ ਜਦੋਂ ਲਿਖਦਾ ਬੰਦਾ, ਉਹ ਗਾਲ ਸੁਖਬੀਰ ਬਾਦਲ ਨੂੰ ਵੀ ਆ, ਉਹ ਭਗਵੰਤ ਮਾਨ ਨੂੰ ਵੀ ਆ, ਉਹ ਮੈਨੂੰ ਵੀ ਆ, ਉਹ ਇੱਥੇ ਜਿੰਨੇ ਬੈਠੇ ਉਹਨਾਂ ਨੂੰ ਵੀ, ਨੀਲ ਗਰਗ ਸਾਹਿਬ ਨੂੰ ਵੀ ਇਸ ਚੀਜ਼ ਦੀ ਵੱਧ ਤੋਂ ਵੱਧ ਕੇ ਇਹਨਾਂ ਨੂੰ ਅਗਰ ਇਹਨਾਂ ਦਾ ਅੱਜ ਵੀ ਨਿਕਲਿਆ ਬਾਈ ਚਾਂਸ, ਇਹਨਾਂ ਵੱਲੋਂ ਵੀ ਇੱਕ ਮਿਸਾਲੀ ਸਜ਼ਾ ਬਣਨੀ ਚਾਹੀਦੀ ਹੈ। ਸਾਰਿਆਂ ਵੱਲੋਂ ਇਸ ਨੂੰ ਜਿੰਨਾ ਵੱਧ ਤੋਂ ਵੱਧ ਕੰਡੈਮ ਉਹਨਾਂ ਕਰਨਾ ਚਾਹੀਦਾ ਤੇ ਅਸੀਂ ਐਕਸ਼ਨ ਜ਼ਰੂਰ ਲਵਾਂਗੇ। ਜੇ ਪ੍ਰਸ਼ਾਸਨ ਨੇ ਇਸ ਤੇ ਢਿੱਲ ਵੀ ਵਰਤੀ, ਅਗਰ 24 ਘੰਟੇ ਦਾ ਟਾਈਮ ਦਿੱਤਾ ਗਿਆ, ਅਗਰ ਢਿੱਲ ਵਰਤੀ ਕੇ ਐਕਸ਼ਨ ਇੱਥੇ ਐਡਮਿਨਿਸਟ੍ਰੇਟਰ ਤੇ ਵੀ ਹੋਊਗਾ। ਚਲੋ ਠੀਕ ਹੈ ਸਰ, ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਣਾ ਪਏਗਾ। ਬ੍ਰੇਕ ਤੋਂ ਬਾਅਦ ਮੈਂ ਵਾਪਸ ਆਊਂਗਾ, ਇਸ ਗੱਲਬਾਤ ਨੂੰ ਅੱਗੇ ਤੋੜਾਂਗੇ ਕਿਉਂਕਿ ਆਪਾਂ ਜੋ ਸ਼ੁਰੂਆਤ ਕੀਤੀ ਸੀ ਕਿ ਵਾਕਈ ਹੀ ਪੰਜਾਬ ਦੀ ਸਿਆਸਤ ਦਾ ਇਹ ਨੈਕਸਟ ਲੈਵਲ ਹੋ ਜਾਏਗਾ ਜਾਂ ਫਿਰ ਇੱਕ ਅਜਿਹਾ ਲੈਵਲ ਆਉਣ ਜਾ ਰਿਹਾ ਹੈ ਜੋ ਨਹੀਂ ਚਾਹੁੰਦਾ ਕੋਈ ਕਿ ਅਜਿਹੀ ਕੋਈ ਗੱਲ ਵੀ ਹੋਵੇ। ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।